ਦੇ ਵਕੀਲ ਨੇ ਹਾਲਾਂਕਿ ਕੋਰਟ ਤੋਂ ਹੋਰ ਸਮਾਂ ਮੰਗਿਆ, ਐਫੀਡੇਵਿਟ ਦਾਖਲ ਕਰਨ ਦੇ ਲਈ ਹੋਰ ਸਮਾਂ ਮੰਗਿਆ। ਹਾਈਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਮੁੜ ਪੁੱਛਿਆ ਕਿ ਕਿਸ ਥਾਣੇ ਦੇ ਵਿੱਚ ਅੰਮ੍ਰਿਤਪਾਲ ਬੰਦ ਹੈ। ਅਦਾਲਤ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਤੁਸੀਂ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ। ਹੁਣ 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਏਗੀ। ਹੈਬੀਅਸ ਕਾਰਪਸ ਪਟੀਸ਼ਨ ਪਾਈ ਗਈ ਸੀ, ਅੰਮ੍ਰਿਤਪਾਲ ਨੂੰ ਪੇਸ਼ ਕਰਨ ਦੇ ਲਈ ਪਟੀਸ਼ਨ ਪਾਈ ਗਈ ਸੀ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅੰਮ੍ਰਿਤਪਾਲ ਨੂੰ ਪੁਲਿਸ ਨੇ ਫੜਿਆ ਹੋਇਆ, ਲੇਕਿਨ ਉਸ ਨੂੰ ਇਹ ਜਾਣਕਾਰੀ ਜ਼ਾਹਰ ਨਹੀਂ ਕੀਤੀ ਜਾ ਰਹੀ ਤੇ ਉਸ ਨੂੰ ਪੇਸ਼ ਕੀਤਾ ਜਾਵੇ ਮੰਗ ਕੀਤੀ ਗਈ, ਜਿਸ ਤੋਂ ਬਾਅਦ ਸੁਣਵਾਈ 2 ਵਾਰ ਹੋ ਚੁੱਕੀ ਹੈ। ਅੱਜ ਤੀਸਰੀ ਵਾਰ ਸੁਣਵਾਈ ਹੋਈ ਹੈ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਅੰਮ੍ਰਿਤਪਾਲ ਦੇ ਵਕੀਲ ਨੂੰ ਕਿਹਾ ਸੀ ਕਿ ਉਹ ਜਾਣਕਾਰੀ ਦੇਣ ਕਿ ਕਿਸ ਥਾਣੇ ਦੇ ਵਿੱਚ ਬੰਦ ਹੈ ਅੰਮ੍ਰਿਤਪਾਲ, ਸਬੂਤ ਦੇਣ, ਫਿਰ ਅਦਾਲਤ ਵਾਰੰਟ ਅਫਸਰ ਲਗਾ ਦੇਵੇਗੀ। ਲੇਕਿਨ ਇਸ ਤਰੀਕੇ ਦੇ ਨਾਲ ਗੱਲਾਂ ਦੇ ਆਧਾਰ ਤੇ ਇਸ ਪਟੀਸ਼ਨ ਨੂੰ ਐਂਟਰਟੇਨ ਉਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਹਲਫਨਾਮਾ ਦਾਖਲ ਕੀਤਾ, ਲੇਕਿਨ ਅੰਮ੍ਰਿਤਪਾਲ ਦੇ ਵਕੀਲ ਨੇ ਹਲਫਨਾਮਾ ਦਾਖਲ ਕਰਨ ਦੇ ਲਈ ਸਮਾਂ ਮੰਗਿਆ ਹੈ। ਹੁਣ 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਏਗੀ। ਅਦਾਲਤ ਨੇ ਫਿਰ ਤੋਂ ਅੰਮ੍ਰਿਤਪਾਲ ਦੇ ਵਕੀਲ ਨੂੰ ਪੁੱਛਿਆ ਕਿ ਕਿਹੜੇ ਥਾਣੇ ਦੇ ਵਿੱਚ ਅੰਮ੍ਰਿਤਪਾਲ ਬੰਦ ਹੈ। ਇਸ ਨੂੰ ਲੈ ਕੇ ਕੋਈ ਅਜੇ ਤੱਕ ਉਹਨਾਂ ਦੇ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ। 12 ਅਪ੍ਰੈਲ ਨੂੰ ਅਗਲੀ ਸੁਣਵਾਈ ਹੋਏਗੀ। एनएसए लग गया तो आ गया भी 18 मार्च ਨੂੰ एनएसए लग गया डिब्रूगढ़ चले गए ने। मैं गल कर रहा कि हेबियस कॉर्पस फाइल या अमृतपाल दी आपां जिक्र करिए, मेन इस टाइम चेहरा अमृतपाल है कि हेबियस कॉर्पस फाइल होंदी है थाना केड़ा है। सवाल कोर्ट यही पूछ रहा है, माइकस ने भी यही पूछा भी हो सकता है एजी ते सरकार बार-बार कह रही है साडे कोल नहीं है, एफिडेविट ते एफिडेविट फाइल कर रहे हैं। सर ਉਹਦੇ ਵਿੱਚ ਮੈਂ ਕੱਲ ਕੋਰਟ ਨੂੰ ਦੱਸਿਆ ਸੀ ਆਪਦੇ ਕੇਸ ਵਿੱਚ ਜਿਹੜਾ ਹਰਮੇਲ ਸਿੰਘ ਜੋਧਾ ਉਸ ਵੇਲੇ ਭਾਈ ਅਮਰਤਪਾਲ ਨਾਲ ਸੀ ਕਿ ਇਟ ਵਾਸ ਅ ਆਰਗੇਨਾਈਜ਼ਡ ਆਪਰੇਸ਼ਨ ਆਫ ਸਟੇਟ ਆਫ ਪੰਜਾਬ। ਸਾਈਮਲਟੇਨੀਅਸਲੀ ਰੇਡਸ ਕੰਡਕਟ ਹੋਈਆਂ ਨੇ ਪੰਜਾਬ ਤੇ ਹਰਿਆਣੇ ਵਿੱਚ। ਦੀ ਆਲ ਐਸੋਸੀਏਟਸ ਹੈਜ਼ ਬੀਨ ਅਰੈਸਟਡ। ਇਟਸ ਹਾਈਲੀ ਇੰਪ੍ਰੋਬੇਬਲ ਕਿ ਮੇਨ ਟਾਰਗੇਟ ਐਸਕੇਪ ਕਰ ਗਿਆ ਹੈ। ਉਹਦੀ ਐਕਸਪਲੇਨੇਸ਼ਨ ਜਿਹੜੀ ਹੈ ਸਟੇਟ ਆਫ ਪੰਜਾਬ ਨੂੰ ਦੇਣੀ ਚਾਹੀਦੀ ਹੈ ਕਿ ਇਹ ਜੁਆਇੰਟ ਆਪਰੇਸ਼ਨ ਸੀ ਪੈਰਾਮਿਲਟਰੀ ਫੋਰਸਸ ਤੇ ਪੰਜਾਬ ਪੁਲਿਸ ਦਾ। ਇਟ ਵਾਸ ਅ ਵੈਲ ਆਰਗੇਨਾਈਜ਼ਡ ਆਪਰੇਸ਼ਨ, ਹਾਊ ਹੀ ਕੈਨ ਐਸਕੇਪ। ਸੋ ਇਹ ਪੁਲਿਸ ਨੂੰ ਦੇਣਾ ਚਾਹੀਦਾ ਹੈ। ਸਾਰਾ 11 ਦਿਨ ਤੋਂ ਮੀਡੀਆ ਕਹਿ ਰਿਹਾ ਹੈ ਜੇ ਕਿਤੇ ਹੈਗਾ ਤੇ ਪੇਸ਼ ਕਰ ਦੇਣ। ਫਿਰ ਉਧਰ ਅੰਮ੍ਰਿਤਪਾਲ ਦੇ ਫਾਈਨੈਂਸਰ ਦਲਜੀਤ ਕਲਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਦਲਜੀਤ ਕਲਸੀ ਜਿਸ ਤੇ ਐਨਐਸਏ ਲੱਗਿਆ ਹੈ ਤੇ ਇਸ ਵੇਲੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ, ਉਸ ਦਾ ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਆਰਮੀ ਚੀਫ ਕਮਰ ਜਾਵੇਦ ਬਾਜਵਾ ਦੇ ਬੇਟੇ ਦਾ ਕਲਸੀ ਕਰੀਬੀ ਹੈ। ਕਲਸੀ ਦੀ ਕੰਪਨੀ ਨੂੰ ਸਾਦ ਬਾਜਵਾ ਦੀ ਕੰਪਨੀ ਫਾਈਨੈਂਸ ਕਰਦੀ ਹੈ। ਦੁਬਈ ਦੇ ਵਿੱਚ ਕਮਰ ਜਾਵੇਦ ਬਾਜਵਾ ਦੇ ਬੇਟੇ ਦੀ ਕੰਪਨੀ ਹੈ ਜੋ ਦਲਜੀਤ ਕਲਸੀ ਦੀ ਕੰਪਨੀ ਨੂੰ ਫਾਈਨੈਂਸ ਕਰਦੀ ਹੈ। ਖੁਲਾਸਾ ਹੋਇਆ ਕਲਸੀ 2 ਮਹੀਨੇ ਦੇ ਲਈ ਦੁਬਈ ਵੀ ਗਿਆ ਸੀ। ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ, ਜਿਸ ਨੂੰ ਗੁੜਗਾਉਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਐਨਐਸਏ ਲਗਾਇਆ ਗਿਆ ਹੈ, ਉਸ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਗ੍ਰਿਫਤਾਰੀ ਹੋਈ ਹੈ ਤੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ। ਉਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਦਲਜੀਤ ਕਲਸੀ ਦਾ ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਆਰਮੀ ਚੀਫ ਕਮਰ ਜਾਵੇਦ ਬਾਜਵਾ ਦੇ ਬੇਟੇ ਦਾ ਇਹ ਕਰੀਬੀ ਹੈ। ਸਾਦ ਬਾਜਵਾ ਇਸ ਦੀ ਕੰਪਨੀ ਨੂੰ फाइनेंस करता है। साद बाजवा की कंपनी दलजीत कलसी की कंपनी नु फाइनेंस करती है। शंकर आनंद मेरे सहयोगी जुड़ चुके हैं। शंकर, क्या कुछ पूरी जानकारी इस पर? कलसी की अगर बात करें तो कलसी बहुत पहले से ही जांच एजेंसी के रडार पर था, लेकिन जैसे ही अमृतपाल का मसला सामने आया और इस मामले में जैसे ही जांच एजेंसी को पता चले, उसके बाद जिस वक्त में गिरफ्तार करने के लिए पहुंची, तब उसके बाद उस वक्त में ही काफी जो महत्वपूर्ण दस्तावेज हाथ में मिले थे और उन्हीं दस्तावेजों को जब विस्तार से खंगाला गया तब पता चला कि इसका जो संबंध है वो पाकिस्तान के साथ में है। और इसके साथ ही ये भी जानकारी मिलती है कि किस तरह से करोड़ों रुपए का लेन देन जो है ये अक्सर करता था। इसके साथ ही जो एक कहा जा सकता है कि अमृतपाल का जो तमाम जो फिनांस का काम होता है, जो तमाम वित्तीय लेन देन होता था, वो इसके माध्यम से होता था। आने वाले वक्त में कहा जा सकता है कि अब ये जांच एजेंसी के रडार पर भी है। जांच एजेंसी अब इसके मनी लॉन्ड्रिंग से संबंधित तमाम जो अपडेट्स है उसको रजिस्टर कर सकती है और इस मामले में केंद्रीय जांच एजेंसी ईडी की भी एंट्री हो सकती है, क्योंकि तमाम जो मनी लॉन्ड्रिंग का मसला है और जिस तरह से अमृतपाल की बात करें या अमृतपाल के बाद कलसी की बात करें, जो उसका सबसे एक सहयोगी रहा है, तो वो किस तरह से मनी लॉन्ड्रिंग करता था, किस तरह से करोड़ रुपए का लेन देन संदिग्ध हालत में करता था। इस तरह से कह सकते हैं एक तरफ देखा जाए पाकिस्तान के आईएसआई के साथ में इसका कनेक्शन सामने आया और जिस तरह से बकायदा उसके साथ में संदिग्ध जो संबंध सामने आया है, तो उसको अब विस्तार से खंगाला जा रहा है और जल्द ही इस मामले में एनआईए और ईडी की एंट्री
इस मामले में औपचारिक तौर पर होने वाली है। ਜੀ 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 ਸ਼ੰਕਰ ਜੁੜੇ ਰਹਿਣਾ। ਤਾਂ ਦਲਜੀਤ ਕਲਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਪਿਛਲੇ ਦਿਨਾਂ 'ਚ ਇਹ ਵੀ ਖੁਲਾਸਾ ਹੋਇਆ ਸੀ ਕਿ 2 ਸਾਲਾਂ ਦੇ ਵਿੱਚ ਦਲਜੀਤ ਕਲਸੀ ਦੇ ਅਕਾਊਂਟ 'ਚ 35 ਕਰੋੜ ਰੁਪਏ ਆਏ ਨੇ। ਇਸ ਦੀ ਟ੍ਰਾਂਜੈਕਸ਼ਨ ਹੋਈ ਹੈ, ਉਹ ਪੈਸਾ ਕਿੱਥੇ ਲੱਗਿਆ ਹੈ, ਕਿੱਥੇ ਗਿਆ ਹੈ, ਇਸ ਨੂੰ ਲੈ ਕੇ ਵੀ ਜਾਂਚ ਹੋ ਰਹੀ ਹੈ। ਤੇ ਹੁਣੇ ਸਾਹਮਣੇ ਆਇਆ ਹੈ ਕਿ ਕਮਰ ਜਾਵੇਦ ਬਾਜਵਾ ਦੇ ਬੇਟੇ ਦੀ ਕੰਪਨੀ ਦਲਜੀਤ ਕਲਸੀ ਦੀ ਕੰਪਨੀ ਨੂੰ ਫਾਈਨੈਂਸ ਕਰਦੀ ਹੈ। ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ ਹੈ ਦਲਜੀਤ ਕਲਸੀ ਦਾ। ਦਲਜੀਤ ਕਲਸੀ ਜੋ ਅੰਮ੍ਰਿਤਪਾਲ ਦਾ ਬੇहद ਕਰੀਬੀ ਹੈ, ਫਾਈਨੈਂਸਰ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੰਨਿਆ ਜਾਂਦਾ ਹੈ, ਉਸ ਨੂੰ ਲੈ ਕੇ ਇਹ ਵੱਡਾ ਖੁਲਾਸਾ ਹੋਇਆ ਹੈ। ਤੇ ਦਲਜੀਤ ਕਲਸੀ ਦੇ ਨਾਲ ਹੀ ਜੁੜੀ ਇੱਕ ਹੋਰ ਵੱਡੀ ਖਬਰ ਵੀ ਸਾਹਮਣੇ ਆਈ ਹੈ। ਕਲਸੀ ਦੇ ਬੰਬੀਹਾ ਗੈਂਗ ਦੇ ਨਾਲ ਕਰੀਬੀ ਲਿੰਕ ਨੇ। ਬੰਬੀਹਾ ਗੈਂਗ ਦੇ ਨਾਲ ਜੁੜੇ ਕਰੀਬੀ ਜਿਹੜਾ ਗੈਂਗਸਟਰ ਹੈ ਉਸ ਦੇ ਨਾਲ ਵੀ ਲਿੰਕ ਸਾਹਮਣੇ ਆ ਰਹੇ ਨੇ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ, ਗੈਂਗਸਟਰ ਨੀਰਜ ਬਵਾਨਾ ਦੇ ਨਾਲ ਕਲਸੀ ਦਾ ਸੰਪਰਕ ਸੀ। ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਗੈਂਗਸਟਰ ਨੀਰਜ ਬਵਾਨਾ ਬੰਦ ਹੈ। ਸੂਤਰਾਂ ਦੇ ਮੁਤਾਬਕ ਨੀਰਜ ਬਵਾਨਾ ਦੇ ਨਾਲ ਦਲਜੀਤ ਕਲਸੀ ਨੇ ਰੰਗਦਾਰੀ ਵੀ ਮੰਗੀ ਹੈ। ਦਲਜੀਤ ਕਲਸੀ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰਾਂ ਦੇ ਨਾਲ ਵੀ ਸਬੰਧ ਨੇ। ਬੰਬੀਹਾ ਗੈਂਗ ਦੇ ਕਰੀਬੀ ਗੈਂਗਸਟਰ ਦੇ ਨਾਲ ਵੀ ਲਿੰਕ ਸਾਹਮਣੇ ਆ ਰਹੇ ਨੇ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ, ਨੀਰਜ ਬਵਾਨਾ ਦੇ ਨਾਲ रंगदारी भी मंगी है। शंकर आनंद मेरे सहयोगी लगातार जुड़े हुए ने। शंकर, क्या कुछ इसको लेकर जानकारी? कोशिश करते हैं शंकर तो जानकारी लैण दे लई। नीरज बवाना दे नाल रंगदारी मंगण दी भी खबर है। दलजीत कलसी दा गैंगस्टर लिंक भी सामने आ रहा है। गैंगस्टरां दे नाल भी लिंक ने। इस तो पहला रंगदारी भी मंगी है, यह भी खबर आ रही है सूत्रां दे हवाले नाल। गैंगस्टर नीरज बवाना दे नाल कलसी संपर्क दे विच सी, यह भी लिंक सामने आ रहा है। दलजीत कलसी जो अमृतपाल दा बेहद करीबी इस वेले असम दी डिब्रूगढ़ जेल दे विच बंद है। उसदे बंबीहा गैंग दे करीबी गैंगस्टर नाल भी लिंक ने। सूत्रां दे हवाले नाल खबरां मिल रही ने। नीरज बवाना दे नाल इसदे लिंक ने। नीरज बवाना जो इस वेले दिल्ली दी तिहाड़ जेल दे विच बंद है, उसदे नाल भी इसदे लिंक जुड़े हुए ने। शंकर आनंद मेरे सहयोगी लगातार जुड़े हुए ने। शंकर, क्या कुछ पूरी जानकारी? गैंगस्टर लिंक भी सामने आ रहा है। देखिए, जिस तरह से कलसी की अगर बात करें, कलसी के यहाँ पर जिस वक्त में सर्च ऑपरेशन को उसके हरियाणा से लेकर पंजाब का कनेक्शन शुरुआती दौर पे सामने आया था और उसी छापेमारी के दौरान में कई महत्वपूर्ण दस्तावेजों को जब जब्त किया गया और उसके घर से जो इलेक्ट्रॉनिक डिवाइस जो है वो बरामद किया गया था और इसके साथ ही कुछ अन्य लोकेशन पर सर्च ऑपरेशन के दौरान में जो तमाम जानकारियां मिली हैं उसी को जब खंगाला गया तो पता चला गैंगस्टर नीरज बवाना के साथ में किस तरह से उसके संबंध है। इसके साथ ही कई अन्य गैंगस्टर के साथ में संबंध वो सामने आया। उसके बाद जब और विस्तार से तफ्तीश किया गया, इस मामले में खंगाला गया तो पता चला पाकिस्तान की जो खुफिया एजेंसी है ISI के साथ में भी उसका कनेक्शन शुरुआती तौर पर सामने आ रहा है। तो उसको भी विस्तार से खंगाला जा रहा है। चाहे भाजपा के साथ में कनेक्शन की अगर बात करें या दूसरे अन्य मामलों की अगर बात करें तो एक तरह से कह सकते हैं कि ये मामला अब तफ्तीश का दायरा काफी आगे बढ़ता हुआ नजर आ रहा है और जल्द ही इस मामले की गंभीरता को देखते हुए कहा जा सकता है कि केंद्रीय जांच एजेंसी NIA और उसके बाद ED की भी एंट्री इस मामले में हो सकती है, क्योंकि यहाँ पर मनी लॉन्ड्रिंग का मामला भी सामने देखने को मिल रहा है कि किस तरह से एक मनी लॉन्ड्रिंग उसके बाद टेरर फंडिंग से जुड़ा हुआ एक मसला सामने आ रहा है। तो टेरर फंडिंग से जुड़ा मामला जो है वो NIA उसको इन्वेस्टिगेट करेगी, लेकिन किस तरह से मनी लॉन्ड्रिंग की गई है उसको भी इन्वेस्टिगेट करने के लिए ED की एंट्री हो सकती है। और दूसरी तरफ देखा जाए, दूसरी तरफ जिस तरह से नीरज बवाना जो एक दिल्ली NCR का एक बहुत बड़ा गैंगस्टर माना जाता रहा है, लेकिन उसके साथ में कलसी का किस तरह से जुड़ा, किस तरह से एक अलग साम्राज्य बनाने की तैयारी हो रही थी और किस तरह से अमृतपाल को ये फायदा पहुंचा रहा था। तो इन तमाम मामलों की गंभीरता को देखते हुए आगे जांच एजेंसी इस मामले को इन्वेस्टिगेट करने वाली है, लेकिन जल्द ही इस मामले में NIA की एंट्री होगी। उसके बाद उसी मामले को आधार बनाते हुए ED के द्वारा वो केस को रजिस्टर किया जाएगा और उसके बाद आगे इस मामले में इन्वेस्टिगेशन प्रारंभ किया जाएगा। जी शुक्रिया शंकर पूरी जानकारी के लिए। तो ED ते NIA दी एंट्री भी इस मामले दे विच हो सकती है। दलजीत कलसी नूं लैके कई खुलासे हो रहे ने। 35 करोड़ 2 सालां दे विच इस दे अकाउंट दे विच आया, कित्थों आया या कित्थे खर्च होया, उसनूं लैके तां जांच हो ही रही सी। हुण गैंगस्टरां दे नाल भी लिंक सामने आए ने ते भी सामने आया है कि पाकिस्तान दे साबका आर्मी चीफ दे बेटे दी कंपनी दलजीत कलसी दी कंपनी नूं फाइनेंस करदी है।
ਉਧਰ ਆਪਰੇਸ਼ਨ ਅੰਮ੍ਰਿਤਪਾਲ ਦੇ ਵਿਚਾਲੇ ਪੁਲਿਸ ਟ੍ਰਾਂਸਫਰ ਹੋਏ ਨੇ। ਜਲੰਧਰ ਦੇ ਵਿੱਚ ਵੱਡੇ ਪੱਧਰ ਤੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ। ਜਲੰਧਰ ਦੇ 6 ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਹੋਏ ਨੇ। ਡੀਸੀਪੀ ਹੈੱਡਕੁਆਟਰ ਵਤਸਲਾ ਗੁਪਤਾ ਦਾ ਅੰਮ੍ਰਿਤਸਰ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਦਾ ਵੀ ਤਬਾਦਲਾ ਕੀਤਾ ਗਿਆ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਲਾਇਆ ਗਿਆ ਹੈ। ਜਲੰਧਰ ਦਿਹਾਤੀ ਦੇ ਐਸਪੀ ਹੈੱਡਕੁਆਟਰ ਮਨਜੀਤ ਕੌਰ ਨੂੰ ਕਪੂਰਥਲਾ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਨਕੋਦਰ ਤੇ ਸ਼ਾਹਬਾਦ ਜਲੰਧਰ ਦਿਹਾਤੀ ਦੇ ਵਿੱਚ ਹੀ ਆਉਂਦੇ ਨੇ, ਜਿੱਥੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਹੋਈਆਂ। ਇਹ ਪੂਰਾ ਆਪਰੇਸ਼ਨ ਚਲਾਇਆ ਗਿਆ ਅੰਮ੍ਰਿਤਪਾਲ ਦੇ ਖਿਲਾਫ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ। ਤਾਂ ਜਲੰਧਰ ਦੇ ਵਿੱਚ ਤੈਨਾਤ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ। ਵੱਡੇ ਪੱਧਰ ਤੇ ਪੁਲਿਸ ਅਫਸਰਾਂ ਦੇ ਤਬਾਦਲੇ ਹੋਏ ਨੇ। 6 ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਡੀਸੀਪੀ ਹੈੱਡਕੁਆਟਰ ਵਤਸਲਾ ਗੁਪਤਾ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਨੂੰ ਅੰਮ੍ਰਿਤਸਰ ਚ ਡੀਸੀਪੀ ਇਨਵੈਸਟੀਗੇਸ਼ਨ ਲਾਇਆ ਹੈ। ਜਲੰਧਰ ਦਿਹਾਤੀ ਦੇ ਐਸਪੀ ਹੈੱਡਕੁਆਟਰ ਮਨਜੀਤ ਕੌਰ ਨੂੰ ਕਪੂਰਥਲਾ ਭੇਜ ਦਿੱਤਾ ਗਿਆ ਹੈ। ਪੰਕਜ ਕਪਾਈ ਮੇਰੇ ਸਹਿਯੋਗੀ ਜੁੜੇ ਨੇ। ਪੰਕਜ, ਪੁਲਿਸ ਦੇ ਅਸੀਂ ਕਹੀਏ ਕਿ ਜਲੰਧਰ ਦੇ ਵਿੱਚ ਖਾਸ ਕਰਕੇ ਦਿਹਾਤੀ ਇਲਾਕੇ ਦੇ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਦੇਖਿਆ ਜਾਵੇ? ਦੇਖੋ, ਪਿਛਲੇ ਦਿਨਾਂ 'ਚ ਜਦੋਂ ਜਲੰਧਰ ਤੋਂ ਹੀ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਅੰਮ੍ਰਿਤਪਾਲ ਜਲੰਧਰ ਦੇ ਵਿੱਚ ਘੁੰਮ ਰਿਹਾ ਸੀਗਾ ਔਰ ਉਸ ਵੇਲੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਹੋ ਸਕੀ, ਤਾਂ ਹੋ ਸਕਦਾ ਹੈ ਕਿ ਇਹ ਗਾਜ ਅੰਮ੍ਰਿਤਪਾਲ ਦੀ ਵਜ੍ਹਾ ਕਰਕੇ ਹੀ ਜਲੰਧਰ ਦਿਹਾਤੀ ਦੇ ਐਸਐਸਪੀ ਦੇ ਉੱਤੇ ਡਿੱਗੀ ਹੋਵੇ। ਔਰ ਇਸ ਤੋਂ ਇਲਾਵਾ ਕੁਝ ਹੋਰ ਵੀ ਟ੍ਰਾਂਸਫਰਾਂ ਜਿਹੜੀਆਂ ਹੋਈਆਂ ਨੇ ਔਰ ਅੱਜ ਵੀ ਜਿਸ ਤਰੀਕੇ ਦੇ ਨਾਲ ਐਕਟੀਵਿਟੀ ਲਗਾਤਾਰ ਵਧੀ ਹੋਈ ਹੈ ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਦੇ ਵਿੱਚ ਔਰ ਲਗਾਤਾਰ ਇੱਕ ਗੱਡੀ ਦਾ ਜ਼ਿਕਰ ਹੋ ਰਿਹਾ, ਉਸ ਨੂੰ ਵੀ ਪੁਲਿਸ ਦੇਖ ਰਹੀ ਹੈ ਔਰ ਉਸ ਵਿਚਾਲੇ ਇਹ ਟ੍ਰਾਂਸਫਰ ਜਿਹੜੀਆਂ ਨੇ ਉਹ ਹੋਈਆਂ ਨੇ ਔਰ ਜਲੰਧਰ ਰੂਰਲ ਐਸਐਸਪੀ ਨੂੰ ਜਿਹੜਾ ਉਹ ਬਦਲ ਦਿੱਤਾ ਗਿਆ। ਜੀ ਸ਼ੁਕਰੀਆ ਪੰਕਜ ਪੂਰੀ ਜਾਣਕਾਰੀ ਦੇ ਲਈ। ਤਾਂ ਪਿਛਲੇ ਦਿਨਾਂ ਦੀਆਂ ਤਸਵੀਰਾਂ, ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ। 18 ਮਾਰਚ ਨੂੰ ਜਦੋਂ ਪੁਲਿਸ ਇਹ ਵੱਡਾ ਆਪਰੇਸ਼ਨ ਚਲਾ ਰਹੀ ਸੀ, 18 ਮਾਰਚ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਕਿ ਅੰਮ੍ਰਿਤਪਾਲ ਉਸੇ ਇਲਾਕੇ ਦੇ ਵਿੱਚ ਹੁਲੀਆ ਬਦਲ ਕੇ ਘੁੰਮ ਰਿਹਾ ਸੀ। ਪੁਲਿਸ ਦੀ ਗ੍ਰਿਫਤ ਦੇ ਵਿੱਚ ਕਿਉਂ ਨਹੀਂ ਆਇਆ? ਤਾਂ ਉਸੇ ਦੇ ਚਲਦੇ ਇਹ ਤਬਾਦਲੇ ਹੋਏ ਹੋ ਸਕਦੇ ਨੇ, ਗਾਜ ਡਿੱਗੀ ਹੋ ਸਕਦੀ ਹੈ। ਕਈ ਸਾਰੇ ਵੱਡੇ ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ।